ਮੈਨੂੰ ਜਿਵੇਂ ਹੀ ਪਤਾ ਲੱਗਾ ਕਿ ਉਹਨੇ ਪੋਸਟ ਕੀਤੀ ਹੈ, ਮੈਂ ਉਹਦੇ ਥੱਲੇ ਕਮੈਂਟਾਂ 'ਚ ਜਾ ਕੇ ਮੈਂ ਫਿਰ ਆਪਣੇ ਵੱਲੋਂ ਲਿਖਿਆ ਕਿ ਸਾਰੇ ਧਰਮਾਂ ਦਾ ਸਨਮਾਨ ਕਰਦੇ ਆ। ਔਰ ਇਹੋ ਜਿਹੀ ਇੱਕ ਬਹਿਸ ਚੱਲ ਰਹੀ ਸੀ ਜਿਹਦੇ ਕਰਕੇ ਇਹ ਪ੍ਰਤੀਕਿਰਿਆ ਰੂਪ ਦੇ ਵਿੱਚ ਮੇਰੇ ਕੋਲ ਉਹ ਵੀ ਸਕਰੀਨਸ਼ਾਟ ਪਿਆ। ਮੈਨੂੰ ਨਾ ਕਿਸੇ ਨੇ ਪੁੱਛਿਆ, ਨਾ ਮੈਨੂੰ ਕਿਸੇ ਨੇ ਦੱਸਿਆ। ਪਤਾ ਲੱਗਾ ਕਿ ਕੋਈ ਟਵੀਟ ਕੀਤਾ ਗਿਆ ਕਿਸੇ ਨੇ ਕਿ ਵੀ ਜਰਨੈਲ ਸਿੰਘ ਨੂੰ ਅਸੀਂ ਮੁੱਢਲੀ ਮੈਂਬਰਸ਼ਿਪ ਤੋਂ ਹਟਾ ਦਿੱਤਾ। ਜਦੋਂ ਮੈਂ ਇੰਨੇ ਸਾਲਾਂ ਤੋਂ ਪਾਰਟੀ 'ਚ ਹਾਂ ਤੇ ਮੈਂ ਕਦੇ ਅੱਜ ਤੱਕ ਕੋਈ ਕਿਸੇ ਇਹੋ ਜਿਹੀ ਕੰਟਰੀਵਰਸੀ 'ਚ ਨਹੀਂ ਪਿਆ, ਕੋਈ ਵਿਵਾਦ 'ਚ ਨਹੀਂ ਖੜਾ ਹੋਇਆ। 84 ਦੀ ਲੜਾਈ ਅਸੀਂ ਲੜੀ ਹੈ, ਉਹ ਲੜਦੇ ਹੋਏ ਵੀ ਜ਼ਖਮ ਵੀ ਸਹੇ ਨੇ, ਵਿਕਟਿਮ ਵੀ ਰਹੇ ਹਾਂ, ਪਰ ਮੈਂ ਫਿਰ ਵੀ ਕਿਸੇ ਧਰਮ ਦੇ ਬਾਰੇ ਕੋਈ ਮਾੜੀ ਸ਼ਬਦਾਵਲੀ ਕਦੇ ਨਹੀਂ ਵਰਤੀ। ਇਹੋ ਜਿਹਾ ਪਹਿਲਾਂ ਵੀ ਕਈ ਵਾਰੀ ਦੇਖਣ ਨੂੰ ਮਿਲਿਆ ਹੈ ਕਿ ਪੋਸਟਾਂ ਆਈਆਂ ਨੇ, ਭਗਵੰਤ ਮਾਨ ਦੀ ਗੱਲ ਹੋਏ, ਹੋਰ ਗੱਲਾਂ ਹੋਣ, ਪਰ ਤੁਹਾਡੇ ਤੇ ਹੀ ਕਾਰਵਾਈ ਕਿਉਂ? ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੰਬੀ ਦੇ ਵਿੱਚ ਚੋਣ ਲੜਨ ਵਾਲੇ ਜਰਨੈਲ ਸਿੰਘ, ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਕਾਰਨ ਕੀ ਰਹੇ ਨੇ, ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ ਜਰਨੈਲ ਜੀ। ਇਹੋ ਜਿਹਾ ਕਿਆ ਹੋ ਗਿਆ ਸੀਗਾ ਕਿ ਤੁਸੀਂ ਇੰਨੇ ਸਾਲਾਂ ਤੋਂ ਜੁੜੇ ਹੋਏ ਹੋ, ਮਤਲਬ ਜਦੋਂ ਤੁਸੀਂ ਪੱਤਰਕਾਰਿਤਾ ਤੋਂ ਬਾਅਦ ਆਏ ਜੁੜੇ ਹੋਏ ਹੋ, ਤਾਂ ਫਿਰ ਕਿਉਂ ਪਾਰਟੀ ਨੇ ਕੱਢ ਦਿੱਤਾ? ਦੇਖੋ, ਇਹ ਤਾਂ ਅਜੇ ਮੈਨੂੰ ਵੀ ਨਹੀਂ ਸਮਝ ਆਇਆ। ਇੰਨਾ ਜ਼ਰੂਰ ਹੋਇਆ ਕਿ 2 ਕੁ ਦਿਨਾਂ ਤੋਂ ਇੱਕ ਕੰਪੇਨ ਚੱਲ ਰਹੀ ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਨੂੰ ਮੰਦਿਰ ਬਣਾਇਆ ਜਾਏਗਾ ਹਿੰਦੂ। ਇਹ ਇੱਕ ਕੰਪੇਨ ਜੀ ਚੱਲ ਰਹੀ ਸੀ ਮੀਡੀਆ ਦੇ ਉੱਤੇ। ਕੋਈ ਇੱਕ ਸੋਨਮ ਮਹਾਜਨ ਹੈ, ਕੋਈ ਹੋਰ ਸ਼ਾਸਤਰੀ ਹੈ, ਕੋਈ ਹੋਰ, ਉਹ ਮੇਰੇ ਕੋਲ ਸਾਰੀਆਂ ਡਿਟੇਲ ਪਈਆਂ ਉਹਨਾਂ ਦੀਆਂ ਕਲਿੱਪ, ਅਤੇ ਉਹ ਬੜੀ ਮੰਦਭਾਗੀ ਸੀ, ਜਿਹਦੇ ਨਾਲ ਸਿੱਖਾਂ ਦੇ ਹਿਰਦੇ ਵਿਲੁੰਦਰ ਗਏ। ਮੇਰਾ ਫੋਨ ਮੇਰੇ ਪਰਿਵਾਰ ਦੇ ਇੱਕ ਮੈਂਬਰ ਕੋਲ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬਿੱਟੇ ਕੋਲ ਸੀ। ਉਹਨੂੰ ਮੈਂ ਔਨਲਾਈਨ ਕਲਾਸ ਵਾਸਤੇ ਦਿੱਤਾ ਸੀ। ਉਹਨੇ ਉਹ ਫੇਸਬੁੱਕ 'ਤੇ ਦੇਖੀ ਅਤੇ ਉਹਨੇ ਉਹਦੇ ਵਿੱਚੋਂ ਇੱਕ ਜਿਹੜੀ ਡਿਸਕਸ਼ਨ ਦੇ ਵਿੱਚੋਂ ਇੱਕ ਕੱਢ ਕੇ ਉਹਨੇ ਪੋਸਟ ਕਰ ਦਿੱਤੀ। ਮੈਨੂੰ ਜਿਵੇਂ ਹੀ ਪਤਾ ਲੱਗਾ ਕਿ ਉਹਨੇ ਪੋਸਟ ਕੀਤੀ ਹੈ, ਮੈਂ ਉਹਦੇ ਥੱਲੇ ਕਮੈਂਟਾਂ 'ਚ ਜਾ ਕੇ ਮੈਂ ਫਿਰ ਆਪਣੇ ਵੱਲੋਂ ਲਿਖਿਆ ਕਿ ਸਾਰੇ ਧਰਮਾਂ ਦਾ ਸਨਮਾਨ ਕਰਦੇ ਆ। ਔਰ ਇਹੋ ਜਿਹੀ ਇੱਕ ਬਹਿਸ ਚੱਲ ਰਹੀ ਸੀ ਜਿਹਦੇ ਕਰਕੇ ਇਹ ਪ੍ਰਤੀਕਿਰਿਆ ਰੂਪ ਦੇ ਵਿੱਚ ਮੇਰੇ ਕੋਲ ਉਹ ਵੀ ਸਕਰੀਨਸ਼ਾਟ ਪਿਆ। ਉਹਦੇ ਬਾਅਦ ਮੈਂ ਕਹਿ ਕੇ ਗੱਲ ਨੂੰ ਸਪਸ਼ਟ ਕਰਕੇ ਫਿਰ ਮੈਂ ਉਸ ਨੂੰ ਡਿਲੀਟ ਕਰ ਦਿੱਤਾ, ਕਿਉਂਕਿ ਉਹ ਚੰਗੇ ਟੇਸਟ ਵਿੱਚ ਨਹੀਂ ਸੀ। ਕਿਸੇ ਦੇ ਬਾਰੇ ਕਹਿਣਾ ਉਹ ਠੀਕ ਨਹੀਂ ਸੀ। ਅਤੇ ਉਹਦੇ ਬਾਅਦ ਮੈਂ ਸਪਸ਼ਟੀਕਰਨ ਹੋਰ ਕਰਦੇ ਹੋਏ ਫੇਸਬੁੱਕ 'ਤੇ ਪੋਸਟ ਪਾ ਕੇ ਦੱਸ ਦਿੱਤਾ ਵੀ ਇਹ ਸਰਕਮਸਟੈਂਸਿਸ 'ਚ ਇਹ ਪੋਸਟ ਆ ਗਈ ਸੀ, ਜਿਹਨੂੰ ਮੈਂ ਡਿਲੀਟ ਕਰ ਦਿੱਤਾ। ਔਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਿਧਾਂਤ 'ਤੇ ਚੱਲਣ ਵਾਲੇ, ਅਸੀਂ ਸਿਰ ਦੇਣ ਵਾਲਿਆਂ 'ਚੋਂ ਹਾਂ। ਅਤੇ ਕਿਉਂਕਿ ਇੱਕ ਸਿੱਖ ਦਰਬਾਰ ਸਾਹਿਬ ਦੀ ਹੁਰਮਤੀ ਬਰਦਾਸ਼ਤ ਨਹੀਂ ਕਰ ਸਕਦਾ, ਇਸ ਕਰਕੇ ਉਹ ਪ੍ਰਤੀਕਿਰਿਆ ਰੂਪ 'ਚ ਇੱਦਾਂ ਹੋਇਆ ਸੀ। ਉਹਦੇ ਬਾਅਦ ਮੈਨੂੰ ਥੋੜ੍ਹਾ ਜਿਹਾ ਪਤਾ ਲੱਗਣ ਲੱਗਾ ਕਿ ਸ਼ਾਇਦ ਪਾਰਟੀ ਵੱਲੋਂ ਕਿਸੇ ਨੇ ਮੈਨੂੰ ਦੱਸਿਆ ਕਿ ਮੈਂ ਕਿਹਾ ਇਹਦੇ 'ਚ ਕੀ ਕਾਰਵਾਈ ਕਰਦੇ, ਮੈਨੂੰ ਗੱਲ ਕਰਨਗੇ, ਮੈਨੂੰ ਪੁੱਛਣਗੇ। ਮੈਨੂੰ ਨਾ ਕਿਸੇ ਨੇ ਪੁੱਛਿਆ, ਨਾ ਮੈਨੂੰ ਕਿਸੇ ਨੇ ਦੱਸਿਆ। ਪਤਾ ਲੱਗਾ ਕਿ ਕੋਈ ਟਵੀਟ ਕੀਤਾ ਗਿਆ ਕਿਸੇ ਨੇ ਕਿ ਵੀ ਜਰਨੈਲ ਸਿੰਘ ਨੂੰ ਅਸੀਂ ਮੁੱਢਲੀ ਮੈਂਬਰਸ਼ਿਪ ਤੋਂ ਹਟਾ ਦਿੱਤਾ, ਜਦ ਕਿ ਉਹਨਾਂ ਦੇ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਹੀ ਮੈਂ ਆਪਣਾ ਸਪਸ਼ਟੀਕਰਨ ਵੀ ਦੇ ਚੁੱਕਾ ਸੀ ਅਤੇ ਗੱਲ ਸਪਸ਼ਟ ਕਰ ਚੁੱਕਾ ਸੀ, ਅਤੇ ਡਿਲੀਟ ਉਹ ਕੱਲ੍ਹ ਹੀ ਹੋ ਚੁੱਕੀ ਸੀ। ਅਤੇ ਇਸ ਕਰਕੇ ਮੈਨੂੰ ਬੜੀ ਇੱਕ ਮਾੜਾ ਲੱਗਾ ਕਿ ਮੈਨੂੰ ਪੁੱਛਦੇ ਸੀ ਕਿ ਜਦੋਂ ਮੈਂ ਇੰਨੇ ਸਾਲਾਂ ਤੋਂ ਪਾਰਟੀ 'ਚ ਹਾਂ ਅਤੇ ਮੈਂ ਕਦੇ ਅੱਜ ਤੱਕ ਕੋਈ ਕਿਸੇ ਇਹੋ ਜਿਹੀ ਕੰਟਰੀਵਰਸੀ 'ਚ ਨਹੀਂ ਪਿਆ, ਕੋਈ ਵਿਵਾਦ 'ਚ ਨਹੀਂ ਖੜਾ ਹੋਇਆ। 84 ਦੀ ਲੜਾਈ ਅਸੀਂ ਲੜੀ ਹੈ, ਉਹ ਲੜਦੇ ਹੋਏ ਵੀ ਜ਼ਖਮ ਵੀ ਸਹੇ ਨੇ, ਵਿਕਟਿਮ ਵੀ ਰਹੇ ਹਾਂ, ਪਰ ਮੈਂ ਫਿਰ ਵੀ ਕਿਸੇ ਧਰਮ ਦੇ ਬਾਰੇ ਕੋਈ ਮਾੜੀ ਸ਼ਬਦਾਵਲੀ ਕਦੇ ਨਹੀਂ ਵਰਤੀ। ਜੇ ਕਦੇ ਕੋਈ ਕਹਿ ਵੀ ਦਿੰਦਾ ਸੀ ਕਿ ਵੀ ਹਿੰਦੂਆਂ ਨੇ ਸਿੱਖਾਂ ਨੂੰ ਮਾਰਿਆ, ਤਾਂ ਮੈਂ ਕਹਿੰਦਾ ਸੀ ਕਿ ਵੀ ਉਹ ਜਿਹੜੇ ਸੀਗੇ ਉਹ ਸਰਕਾਰੀ ਕਤਲੇਆਮ ਸੀ, ਉਹ ਦੰਗਾ ਨਹੀਂ ਸੀ। ਮੈਂ ਕਦੇ ਕਿਸੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ ਕਿ ਸਿਰ ਨਾਨਕ ਲੋਕਾਂ ਪਾਓ ਹੈ, ਬਲਿਹਾਰੀ ਜਾਊਂ ਜੇਤੇ ਤੇਰੇ ਨਾਮ ਹੈ। ਇਹ ਪਰਮਾਤਮਾ ਤੇਰੇ ਸਾਰੇ ਨਾਮਾਂ ਤੋਂ ਕੁਰਬਾਨ। ਕੋਈ ਗੋਪਾਲ ਕਹਿੰਦਾ ਹੈ, ਕੋਈ ਗੋਬਿੰਦ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ, ਕੋਈ ਕ੍ਰਿਸ਼ਨ ਕਹਿੰਦਾ ਹੈ, ਕੋਈ ਦਾਮੋਦਰ ਕਹਿੰਦਾ ਹੈ, ਕੋਈ ਨੀਲਕੰਠ ਕਹਿੰਦਾ ਹੈ। ਜਿੰਨੇ ਵੀ ਨਾਮ ਪਰਮਾਤਮਾ ਦੇ ਨੇ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਕਿਉਂਕਿ ਉਹ ਇੱਕ ਪਰਮਾਤਮਾ ਦੇ ਨਾਮ ਨੇ। ਇਸ ਕਰਕੇ ਅਸੀਂ ਉਹਦੇ ਵਿੱਚ ਮੈਂ ਕਦੇ ਮਤਲਬ ਸੋਚ ਵੀ ਨਹੀਂ ਸਕਦਾ ਕਿ ਇਹੋ ਜਿਹੇ ਮੈਂ ਸ਼ਬਦ ਇਸਤੇਮਾਲ ਕਰਾਂ, ਕਿਉਂਕਿ ਜੋ ਪਰਮਾਤਮਾ ਦੇ ਨਾਮ ਨੇ, ਕਿਉਂਕਿ ਅਸੀਂ ਉਸ ਪਰਮਾਤਮਾ ਨੂੰ ਆਦਿ ਅਨੰਤ ਮੰਨਦੇ ਹਾਂ। ਅਤੇ ਇਹੋ ਜਿਹੀ ਗੱਲ ਮੈਨੂੰ ਆਪ ਨੂੰ ਚੰਗੀ ਨਹੀਂ ਲੱਗੀ, ਠੇਸ ਲੱਗੀ। ਪਰ ਮੈਨੂੰ ਪਾਰਟੀ ਨੂੰ ਪੁੱਛਣਾ ਚਾਹੀਦਾ ਸੀ ਕਿ ਇਹੋ ਜਿਹੇ ਕੋਈ ਗੱਲ ਕਹਿਣ ਤੋਂ ਪਹਿਲਾਂ, ਕੁਝ ਕਰਨ ਤੋਂ ਪਹਿਲਾਂ ਬਿਨਾਂ ਸਪਸ਼ਟੀਕਰਨ ਕਰ ਲੈਂਦੇ। ਉਹਨਾਂ ਨੇ ਜਿਹੜਾ ਮੈਨੂੰ ਬਾਅਦ 'ਚੋਂ ਨੋਟਿਸ ਭੇਜਿਆ ਕਿ ਤੁਹਾਨੂੰ ਮੁੱਢਲੀ ਮੈਂਬਰਸ਼ਿਪ ਤੋਂ ਹਟਾਇਆ ਹੈ ਅਤੇ ਅਸੀਂ ਹੁਣ ਅੱਗੇ ਨੋਟਿਸ ਭੇਜ ਰਹੇ ਹਾਂ, ਅਤੇ ਮੈਂ ਉਹਦਾ ਜਵਾਬ ਉਹਨਾਂ ਨੂੰ ਉਸੇ ਵੇਲੇ ਦੇ ਦਿੱਤਾ। ਤੁਹਾਡਾ ਜਿਸ ਤਰ੍ਹਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਇੱਕ ਤਰਫਾ ਉਹਨਾਂ ਨੇ ਸੁਣਿਆ ਤੁਹਾਡੀ ਗੱਲ, ਕੋਈ ਨਹੀਂ ਸੁਣੀ ਉਹਨਾਂ ਨੇ, ਇਹੋ ਜਿਹਾ ਪਹਿਲਾਂ ਵੀ ਕਈ ਵਾਰੀ ਦੇਖਣ ਨੂੰ ਮਿਲਿਆ ਹੈ ਕਿ ਪੋਸਟਾਂ ਆਈਆਂ ਨੇ, ਭਗਵੰਤ ਮਾਨ ਦੀ ਗੱਲ ਹੋਏ, ਹੋਰ ਗੱਲਾਂ ਹੋਣ, ਪਰ ਤੁਹਾਡੇ ਤੇ ਹੀ ਕਾਰਵਾਈ ਕਿਉਂ ਹੋਈ? ਇਹ ਅਫਸੋਸ ਦੀ ਗੱਲ ਹੈ ਕਿ ਕਈ ਤਰ੍ਹਾਂ ਦੀਆਂ ਮਸਲੇ ਆਉਂਦੇ ਰਹੇ। ਕਦੇ ਪਾਰਟੀ ਦੇ ਕੁਝ ਮੈਂਬਰਾਂ ਦੀ ਗੱਲ, ਕਿਤੇ ਇਹ ਇਲਜ਼ਾਮ ਆਇਆ ਕਿ ਬਈ ਉਹਨਾਂ ਨੇ ਗੁਰਦੁਆਰਾ ਸਾਹਿਬ ਬਾਰੇ, ਗ੍ਰੰਥੀ ਸਾਹਿਬਾਂ ਬਾਰੇ, ਕਦੇ ਸਿੱਖ ਸੰਤਾਂ ਬਾਰੇ ਗੱਲ ਕੀਤੀ ਹੈ, ਅਤੇ ਉਹਨੂੰ ਤਾਂ ਕੋਈ ਐਸੀ ਗੱਲ ਨਹੀਂ ਹੋਈ, ਜਾਂ ਕਿਸੇ ਨੇ ਬਈ ਕੋਈ ਕਿੱਦਾਂ ਕਰ ਗਿਆ, ਕੋਈ
ਕਿਸੇ ਦੇ ਉੱਤੇ ਕੋਈ ਪੀ ਕੇ ਚਲਾ ਗਿਆ ਜਾਂ ਕੁਝ ਹੋਇਆ, ਇੱਦਾਂ ਦੀ ਕਈ ਗੱਲਾਂ ਆਉਂਦੀਆਂ ਰਹੀਆਂ। ਹੋਰ ਵੀ ਕਈ ਮਸਲੇ ਨੇ ਜਿਹੜੇ ਮੈਂ ਅਜੇ ਨਹੀਂ ਕੁਝ ਬੋਲਣਾ ਚਾਹੁੰਦਾ, ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਮੇਰੇ ਨਾਲ ਇੱਕ ਵਾਰੀ ਗੱਲ ਤਾਂ ਕਰਦੇ, ਮੈਨੂੰ ਪੁੱਛਦੇ ਤਾਂ ਸਹੀ ਕਿ ਬਈ ਇਹ ਮੇਰਾ ਪੱਖ ਕੀ ਹੈ। ਮੇਰਾ ਪੱਖ ਸਪਸ਼ਟ ਹੋਣ ਤੋਂ ਬਾਅਦ ਹਰ ਪਾਰਟੀ ਆਪਣੇ ਲੀਡਰ ਦੇ ਨਾਲ ਖੜੀ ਹੁੰਦੀ ਹੈ। ਅਰਵਿੰਦ ਕੇਜਰੀਵਾਲ ਜੀ ਆਪ ਮੇਰੇ ਇਸੇ ਘਰ ਤੇ ਇਸੇ ਟੇਬਲ ਦੇ ਉੱਤੇ ਆਏ ਸੀ ਤੇ ਮੈਨੂੰ ਕਿਹਾ ਸੀ ਪਾਰਟੀ 'ਚ ਆਓ। ਮੈਂ ਪਾਰਟੀ 'ਚ ਆਉਣਾ ਨਹੀਂ ਸੀ ਚਾਹੁੰਦਾ, ਮੇਰੇ ਕੋਲ ਆਏ ਸੀ। ਤੇ ਜਦੋਂ ਮੈਂ ਦਿੱਲੀ ਤੋਂ MLA ਸੀ ਤਾਂ ਫਿਰ ਮੇਰੀ ਮਾਂ ਕੋਲ ਝੋਲੀ ਅੱਡਣ ਆਏ ਸੀ ਕਿ ਭਾਈ ਇਹਨੂੰ ਅਸੀਂ ਬਾਦਲ ਸਾਹਿਬ ਨਾਲ ਲੜਾਉਣਾ ਹੈ, ਕੋਈ ਹੋਰ ਲੜਨ ਨੂੰ ਰਾਜੀ ਨਹੀਂ ਹੈ। ਇਸੇ ਘਰ ਆਏ ਸੀ ਤੇ ਮੈਂ ਰਾਜੀ ਹੋਇਆ ਸੀ। ਤੇ ਘੱਟੋ ਘੱਟ ਮੈਨੂੰ ਪੁੱਛਦੇ ਤਾਂ ਸਹੀ ਸੱਚ ਕੀ ਹੈ। ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ, ਮੈਂ ਪੋਲੀਟੀਕਲ ਐਂਬੀਸ਼ਨਾਂ ਲੈ ਕੇ ਨਹੀਂ ਚੱਲਦਾ, ਮੈਨੂੰ ਰਾਜਨੀਤਿਕ ਉਹਦੀ ਵੀ ਕੋਈ ਪਰਵਾਹ ਨਹੀਂ। ਮੈਨੂੰ ਪਰਵਾਹ ਇਸ ਗੱਲ ਦੀ ਹੈ ਕਿ ਇਹ ਜੋ ਗੱਲ ਤੁਰੀ ਹੈ ਇਹ ਬੜੀ ਮੰਦਭਾਗੀ ਹੈ ਵੀ ਇਹ ਕਿਸੇ ਧਰਮ ਦੇ ਖਿਲਾਫ ਗੱਲ ਕੀਤੀ ਹੈ। ਮੈਨੂੰ ਫਿਕਰ ਉਹਨਾਂ ਦੀ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਜਰਨੈਲ ਸਿੰਘ ਨੇ ਇਹੋ ਜਿਹੀ ਗੱਲ ਕਹੀ ਹੈ ਜਾਂ ਜਰਨੈਲ ਸਿੰਘ ਇਹੋ ਜਿਹੀ ਸੋਚ ਰੱਖਦਾ। ਤੇ ਮੈਂ ਉਹਨਾਂ ਨੂੰ ਆਪਣੀ ਕਲੀਅਰ ਕਰਨਾ ਚਾਹੁੰਦਾ ਕਿ ਬਈ ਆਪਾਂ ਤਾਂ ਕਹਿੰਦੇ ਕਿ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ, ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ, ਹਰ ਕਾ ਪੰਥ ਕਹੂ ਬਤਾਏ ਹੋ ਤਾਂ ਕਿ ਪਾਏ ਲਾਗੀ। ਅਸੀਂ ਤੇ ਉਸ ਮਾਰਗ ਤੇ ਚੱਲਣ ਵਾਲੇ ਲੋਕ ਹਾਂ। ਇਸ ਕਰਕੇ ਮੈਂ ਉਸ ਆਦ ਅਨੰਤ ਪਰਮੇਸ਼ਰ ਨੂੰ ਜਿੰਨੇ ਵੀ ਨਾਮਾਂ ਤੋਂ ਪੁਕਾਰਿਆ ਜਾਵੇ ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਸਤਿਕਾਰ ਕਰਦੇ ਹਾਂ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਗੁੜਤੀ ਸਾਨੂੰ ਹੈ। ਅਸੀਂ ਦੂਜਿਆਂ ਦੇ ਧਰਮ ਲਈ ਕੁਰਬਾਨ ਵੀ ਹੁੰਦੇ ਆਏ ਹਾਂ। ਪਰ ਕੋਈ ਸਾਡੇ ਸ੍ਰੀ ਦਰਬਾਰ ਸਾਹਿਬ ਦੇ ਬਾਰੇ ਟਿੱਪਣੀ ਕਰੇ ਕਿ ਅਸੀਂ ਨੂੰ ਹੁਣ ਹਿੰਦੂ ਮੰਦਰ ਬਣਾ ਲਿਆ। ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹਾਦਰ ਸ਼ਾਹ ਨੇ ਪੁੱਛਿਆ ਸੀ ਵੀ ਕਿਹੜਾ ਧਰਮ ਚੰਗਾ ਹੈ, ਤੇ ਉਹਨਾਂ ਨੇ ਕਿਹਾ ਸੀ ਤੁਮਹਾਰਾ ਤੁਮਕੋ ਖੂਬ ਹਮਾਰਾ ਹਮਕੋ ਖੂਬ। ਤੁਹਾਡਾ ਤੁਹਾਨੂੰ ਮੁਬਾਰਕ, ਸਾਡਾ ਸਾਨੂੰ ਮੁਬਾਰਕ। ਮੈਂ ਉਸ ਸੋਚ ਦਾ ਪਾਂਦੀ ਹਾਂ। ਇਸ ਕਰਕੇ ਮੈਨੂੰ ਇਸ ਗੱਲ ਦਾ ਦੁੱਖ। ਮੈਂ ਇਸ ਵੇਲੇ ਉਹਨਾਂ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਇਹ ਸੋਚ ਦਾ ਮਾਲਕ ਹਾਂ। ਜੇ ਉਹਨਾਂ ਨੇ ਸਾਰਾ ਮੇਰੀ ਫੇਸਬੁੱਕ ਵੀ ਛਾਣੀ ਹੋਣੀ ਹੈ, ਅੱਜ ਤੱਕ ਦੇ ਜਿੰਨੇ ਵੀ ਕਮੈਂਟ ਛਾਣੇ ਹੋਣੇ, ਉਹਨਾਂ ਨੂੰ ਕਦੇ ਕੁਝ ਨਹੀਂ ਲੱਭਿਆ ਹੋਣਾ। ਤੇ ਜਿਸ ਸਰਕਮਸਟੈਂਸਿਸ 'ਚ ਗੱਲ ਹੋਈ ਤੇ ਉਹਨੂੰ ਹਟਾ ਦਿੱਤਾ ਗਿਆ। ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਜੇ ਹਰਟ ਹੋਇਆ ਤੇ ਮੈਂ ਉਹਨਾਂ ਨੂੰ ਕਲੀਅਰ ਕਰ ਰਿਹਾ, ਸਾਰੀ ਗੱਲ ਉਹਨਾਂ ਦੇ ਸਾਹਮਣੇ ਸਪਸ਼ਟ ਕਰ ਰਿਹਾ। ਤੁਸੀਂ MLA ਸੀਗੇ, MLA ਸਿਰਫ ਛੱਡ ਕੇ ਬਾਦਲ ਦੇ ਖਿਲਾਫ ਚੋਣ ਲੜੀ, ਵਾਪਸ ਦਿੱਲੀ ਪਹੁੰਚੇ। ਜਦੋਂ ਚੋਣ ਹਾਰ ਗਏ, ਪਾਰਟੀ 17 ਦੇ ਵਿੱਚ ਹਾਰ ਗਈ, ਉਸ ਤੋਂ ਬਾਅਦ ਹੀ ਲਗਾਤਾਰ ਤੁਹਾਨੂੰ ਇਗਨੋਰ ਕੀਤਾ ਜਾ ਰਿਹਾ। ਟਿਕਟ ਵੀ ਇਸ ਵਾਰ ਨਹੀਂ ਦਿੱਤੀ, ਨਾ ਪ੍ਰੋਗਰਾਮਾਂ ਦੇ ਵਿੱਚ ਵੀ ਅੱਗੇ ਨਹੀਂ ਕੀਤਾ ਗਿਆ। ਮੈਂ ਕੋਈ ਟਿਕਟਾਂ ਲੈਣ ਵਾਸਤੇ ਜਾਂ ਮੈਂ ਤੁਹਾਨੂੰ ਫੇਰ ਦੱਸ ਰਿਹਾ, ਮੈਨੂੰ ਅਰਵਿੰਦ ਕੇਜਰੀਵਾਲ ਜੀ ਨੇ 2013 'ਚ ਵੀ ਕਿਹਾ ਸੀ ਕਿ ਜਰਨੈਲ ਸਿੰਘ ਜੀ ਸਾਡੀ ਪਾਰਟੀ 'ਚ ਆਓ। ਮੇਰੇ ਘਰ ਆਏ ਸੀ। ਮੈਂ ਕਿਹਾ ਸੀ ਮੈਂ ਰਾਜਨੀਤੀ 'ਚ ਆਉਣ ਵਾਲਾ ਬੰਦਾ ਨਹੀਂ ਹਾਂ। ਫਿਰ 2014 'ਚ ਵੀ ਉਹਨਾਂ ਨੇ ਮੈਨੂੰ ਕਿਹਾ, ਮੇਰੇ ਬਿਨਾਂ ਮੰਗੇ ਟਿਕਟ ਦਿੱਤੀ ਉਹਨਾਂ ਨੇ, ਜੋ ਮੈਂ ਲੋਕ ਸਭਾ ਲੜੀ। 2015 'ਚ ਮੈਨੂੰ MLA ਬਣਿਆ। ਮੈਂ MLA ਬਣ ਕੇ ਉਹ 84 ਦਾ ਜਿਹੜਾ ਜੈਨੋਸਾਈਡ ਸੀ ਉਹਦਾ ਮਤਾ ਵੀ ਪਾਸ ਕਰਾਇਆ। ਹੋਰ ਵੀ ਜਿਹੜੇ ਗੱਲਾਂ ਉਹ ਕੰਮ ਵੀ ਕੀਤੇ। ਪਾਰਟੀ ਨੂੰ ਚੰਗਾ ਹੁਲਾਰਾ ਪੰਜਾਬ 'ਚੋਂ ਮਿਲਿਆ। ਸਿੱਖ ਚਿਹਰੇ ਪਾਰਟੀ ਕੋਲ ਸੀਗੇ ਜਿਨ੍ਹਾਂ ਦੇ ਉੱਤੇ ਸਿੱਖ ਕੌਮ ਮਾਣ ਕਰਦੀ ਹੈ। ਮੈਂ ਤਾਂ ਬੜਾ ਛੋਟਾ ਜਿਹਾ ਬੰਦਾ, ਉਹ ਸਾਰੇ ਇਕੱਠੇ ਹੋਏ ਕਿ ਪੰਜਾਬ ਦੇ ਵਿੱਚ ਵੀ ਇੱਕ ਬਦਲਾਅ ਲਿਆਂਦਾ ਜਾਏ। ਮੈਂ ਉਹਦੇ ਵਿੱਚ ਵੀ ਸਾਥ ਦਿੱਤਾ, ਉੱਥੇ ਵੀ ਦਿਨ ਰਾਤ ਮਿਹਨਤ ਕੀਤੀ ਹੈ। ਮੈਂ ਉਸ ਗੱਲ ਨੂੰ ਨਹੀਂ, ਮੈਂ ਅੱਜ ਤੱਕ ਜੇ ਮੰਨ ਲਓ ਮੈਨੂੰ ਟਿਕਟ ਦਿੱਤੀ ਨਹੀਂ ਦਿੱਤੀ, ਬਾਅਦ 'ਚੋਂ ਐਂ ਕੀਤਾ ਉਹ ਕੀਤਾ, ਕੀ ਮੈਂ ਕਦੇ 3 ਸਾਲ ਦੇ ਵਿੱਚ ਕਦੇ ਕੋਈ ਪ੍ਰਤੀਕਿਰਿਆ ਕੀਤੀ? ਮੈਂ ਕਦੇ ਕੋਈ ਆਪਣਾ ਕੋਈ ਰੋਸ ਜਤਾਇਆ? ਕਿਉਂਕਿ ਮੈਂ ਇਹ ਇੰਪਰੈਸ਼ਨ ਨਹੀਂ ਦੇਣਾ ਚਾਹੁੰਦਾ ਕਿ ਬਈ ਇਹ ਜਿਹੜਾ ਆ ਜਰਨੈਲ ਸਿੰਘ ਕਿਸੇ ਪਦਵੀਆਂ ਦੇ ਪਿੱਛੇ ਭੱਜਦਾ। ਮੈਂ ਇਸ਼ੂਜ਼ ਦੇ ਪਿੱਛੇ ਜਾਂਦਾ। ਮੈਂ ਉਸ ਗੱਲ ਨੂੰ ਹਮੇਸ਼ਾ ਲੈ ਕੇ ਚੱਲਦਾ। ਉਹ ਭਾਵੇਂ ਰਾਜੀਵ ਗਾਂਧੀ ਦਾ ਮਸਲਾ ਆਇਆ ਤੇ ਮੈਂ ਕਿਹਾ ਬਈ ਉਹ ਕਲੰਕ ਸੀ, ਮੈਂ ਆਪਣੇ ਮੁੱਦੇ ਦੇ ਉੱਤੇ ਖੜਾ ਹੋਇਆ ਕਿ ਵੀ ਉਸਨੇ ਸਿੱਖਾਂ ਦੇ ਨਾਲ ਇਹ ਕਤਲੇਆਮ ਕਰਾਇਆ। ਮੈਂ ਉਹਦੇ ਤੋਂ ਪਿੱਛੇ ਨਹੀਂ ਹਟਦਾ। ਜੇ ਗੱਲ ਆਈ ਕਿ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਸਮਝੌਤਾ ਹੋ ਸਕਦਾ ਦਿੱਲੀ ਵਿੱਚ ਲੋਕ ਸਭਾ ਤੋਂ ਪਹਿਲਾਂ, ਤੇ ਮੈਂ ਪਾਰਟੀ ਨੂੰ ਸਪਸ਼ਟ ਕਰ ਦਿੱਤਾ ਕਿ ਬਈ ਮੈਂ ਇਸ ਦੇ ਹੱਕ 'ਚ ਨਹੀਂ ਹਾਂ। ਔਰ ਮੇਰਾ ਬਿਆਨ ਜਿਹੜਾ ਉਹ ਟਾਈਮਸ ਆਫ ਇੰਡੀਆ 'ਚ ਵੀ ਛਪਿਆ ਹੋਇਆ, ਮੈਂ ਇਸ ਹੱਕ 'ਚ ਨਹੀਂ ਹਾਂ। ਮੈਨੂੰ ਨਹੀਂ ਪਤਾ ਮੈਨੂੰ ਕਿਸ ਗੱਲ ਦੀ ਸਜ਼ਾ ਮਿਲੀ, ਮੈਂ ਨਹੀਂ ਜਾਣਦਾ, ਕਿਉਂਕਿ ਇਹ ਮਸਲਾ ਕੋਈ ਐਸਾ ਮਸਲਾ ਨਹੀਂ ਸੀ ਜਿਹਦਾ ਸਪਸ਼ਟੀਕਰਨ ਹੋ ਚੁੱਕਾ ਸੀ। ਨਹੀਂ, ਇਹਦੇ 'ਚ ਇਹ ਹੈ ਜਿਸ ਤਰ੍ਹਾਂ ਸੁਖਪਾਲ ਖਹਿਰਾ, ਸੁੱਚਾ ਸਿੰਘ ਛੋਟੇਪੁਰ, HS ਫੁਲਕਾ, ਇਹ ਸਾਰੀ ਟੀਮ ਉਹ ਚਲੀ ਗਈ। ਇਹਨਾਂ ਦਾ ਵੀ ਇਹੀ ਆਰੋਪ ਸੀ ਕਿ ਸਾਡੇ ਬਾਰੇ ਪੁੱਛਿਆ ਹੀ ਨਹੀਂ ਗਿਆ, ਇੱਕ ਤਰਫਾ ਹੀ ਫੈਸਲਾ ਸੁਣਾਇਆ ਗਿਆ, ਟਵਿੱਟਰ ਤੇ ਹੀ ਫੈਸਲਾ ਆਂਦਾ ਗਿਆ। ਤੁਹਾਡੇ ਨਾਲ ਵੀ ਇਹੀ ਹੋਇਆ? ਦੇਖੋ, ਮੈਂ ਹਮੇਸ਼ਾ ਇਸ ਗੱਲ ਨੂੰ ਸੋਚ ਕੇ ਚੱਲਿਆ ਕਿ ਪਾਰਟੀ ਨੂੰ ਆਪਣੇ ਲੀਡਰਾਂ ਨਾਲ ਖੜੇ ਹੋਣਾ ਚਾਹੀਦਾ। ਜੇ ਤੁਸੀਂ ਇਹ ਹੁਣ ਕਾਂਗਰਸ ਵਾਲਾ ਮਸਲਾ ਦੇਖ ਲਵੋ ਤੇ ਉਹ ਇੰਨਾ ਕੁਝ ਹੋਣ ਤੋਂ ਬਾਅਦ ਵੀ ਉਹਨਾਂ ਨੇ ਸਚਿਨ ਪਾਇਲਟ ਨੂੰ ਫਿਰ ਲੈ ਆਂਦਾ, ਲੀਡਰਾਂ ਨੇ ਉਹਨਾਂ ਦੇ। ਜੇ ਕੋਈ ਲੀਡਰ ਕੋਈ ਗੱਲ ਕਹਿ ਵੀ ਦਿੰਦਾ ਤੇ ਉਹਨੂੰ ਨਾਲ ਲੈ ਕੇ ਤੁਰਦੇ ਆ, ਉਹਨਾਂ ਨੂੰ ਇਕੱਠਾ ਲੈ ਕੇ ਤੁਰਦੇ ਆ। ਉਹ ਜੇ ਭਾਵੇਂ ਤੁਸੀਂ ਪੰਜਾਬ 'ਚ ਦੇਖ ਲਓ ਕਿ ਕਈ ਪਾਰਟੀਆਂ ਦੇ ਕਈ ਲੀਡਰ ਜੇ ਇੱਧਰ ਉੱਧਰ ਹੋਣਾ ਚਾਹੁੰਦੇ ਆ ਤੇ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਘਰ ਪਹੁੰਚ ਜਾਂਦੇ। ਤੇ ਜੇ ਪਾਰਟੀ ਸਾਰਿਆਂ ਨੂੰ ਇੱਦਾਂ ਹੀ ਕਰਦੀ ਜਾਏਗੀ
ਜਿਹੜਾ ਵੀ ਕੋਈ ਸਿੱਖ ਤੈਸੀ ਚਿਹਰਾ ਹੈ ਜਾਂ ਜੇ ਕੋਈ ਆਪਾਂ ਪੰਜਾਬ ਤੈਸੀ ਚਿਹਰਾ ਹੈ, ਜਿਹੜਾ ਕੋਈ ਬੰਦਾ ਪੂਰੇ ਪੰਜਾਬ ਦੀ ਸਾਰਿਆਂ ਦੀ ਭਲਾ ਮੰਗਦਾ ਹੈ, ਜਾਂ ਜੇ ਕੋਈ ਧਰਮ ਨਿਰਪੱਖ ਚਿਹਰਾ ਹੈ ਜਿਹੜੀ ਗੱਲ ਕਰਦਾ ਹੈ, ਜੇ ਉਹ ਤੁਸੀਂ ਸਾਰਿਆਂ ਨੂੰ ਕਰਦੇ ਜਾਓਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਚੰਗੀ ਗੱਲ ਹੈ। 2022 ਦੀ ਚੋਣ ਵੀ ਆਉਣ ਵਾਲੀ ਹੈ, 1.5 ਸਾਲ ਰਹਿ ਗਿਆ। ਮੈਂ ਇਸ ਵੇਲੇ ਚੋਣ ਦੀ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਸ ਵੇਲੇ ਮਸਲਾ ਇੱਕ ਜਿਹੜੀ ਹੈ ਇੱਕ ਪੋਸਟ ਨੂੰ ਲੈ ਕੇ ਜਿਹੜੀ ਕਿ ਡਿਲੀਟ ਕਰ ਦਿੱਤੀ ਗਈ, ਉਹ ਜਿਸ ਸਰਕਮਸਟੈਂਸਿਸ 'ਚ ਆਈ ਉਹਦੇ ਕਰਕੇ ਜਿਹੜੇ ਕੁਝ ਲੋਕਾਂ ਨੂੰ, ਵੀਰਾਂ ਨੂੰ, ਮੇਰਿਆਂ ਨੂੰ ਭੁਲੇਖਾ ਹੋਇਆ, ਮੈਂ ਉਹਨਾਂ ਨੂੰ ਸਪਸ਼ਟ ਕਰਨ ਦੇ ਵਾਸਤੇ ਅੱਗੇ ਆਇਆ। ਨਹੀਂ ਤਾਂ ਮੈਂ 2017 ਤੋਂ ਲੈ ਕੇ, ਜਿੱਦਾਂ ਤੁਸੀਂ ਕਹਿੰਦੇ ਹੋ ਵੀ ਕਈ ਸੋਚਦੇ ਰਹੇ ਵੀ ਜਰਨੈਲ ਸਿੰਘ ਨੂੰ ਸਾਈਡ ਕੀਤਾ, ਮੈਂ ਤਾਂ ਵੀ ਕਦੇ ਨਹੀਂ ਆਇਆ ਸਾਹਮਣੇ ਬੋਲਣ, ਪਰ ਮੈਂ ਇਸ ਮਸਲੇ ਕਰਕੇ ਬੋਲਣ ਵਾਸਤੇ ਅੱਗੇ ਸਾਹਮਣੇ ਆਇਆ। ਫਿਲਹਾਲ ਪਾਰਟੀ ਨੇ ਤੁਹਾਨੂੰ ਬਾਹਰ ਕੱਢਤਾ ਪ੍ਰਾਥਮਿਕ ਸਦੱਸਿਅਤਾ ਤੋਂ, ਤਾਂ ਹੁਣ ਅਗਲਾ ਸਟੈਪ ਜਰਨੈਲ ਸਿੰਘ ਦਾ ਕੀ ਹੋਏਗਾ? ਕਿਆ ਹੋਰ ਪਾਰਟੀ ਦੇ ਵਿੱਚ ਜਾਓਗੇ ਜਾਂ ਹਲੇ ਵੇਟ ਕਰੋਗੇ ਕਿ ਚੀਜ਼ਾਂ ਸੈਟਲ ਹੋ ਜਾਣ? ਮੈਂ ਇਹ ਕਹਿ ਰਿਹਾ ਕਿ ਮੈਂ ਮਸਲਿਆਂ ਦੇ ਉੱਤੇ ਖੜਾ ਹੁੰਨਾ। ਜੇ ਕਾਂਗਰਸ ਨੇ 84 ਕੀਤੀ ਹੈ ਤੇ ਮੈਂ ਉਹਦਾ ਹਮੇਸ਼ਾ ਵਿਰੋਧ ਕਰਦਾ ਰਹਾਂਗਾ। ਜੇ ਕੋਈ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਆ, ਉਹਨੂੰ ਕਰਨ ਦੀ ਗੱਲ ਕਰੇਗਾ, ਮੈਂ ਉਹਦਾ ਵਿਰੋਧ ਕਰਦਾ ਰਹਾਂਗਾ। ਲੇਕਿਨ ਮੈਂ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕਰ ਸਕਦਾ। ਮੈਂ ਕਿਸੇ ਵੀ ਧਰਮ ਦਾ, ਤੇ ਖਾਸ ਕਰ ਜਿਨ੍ਹਾਂ ਦੇ ਨਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਂਦੇ ਨੇ, ਮੈਂ ਉਹਨਾਂ ਦਾ ਮਾਣ ਸਤਿਕਾਰ ਕਰਦਾ। ਮੈਨੂੰ ਉਹਦੇ ਵਾਸਤੇ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ। ਇਹ ਮੇਰੀ ਜ਼ਿੰਦਗੀ ਦਾ ਇੱਕ ਫਲਸਫਾ, ਜਦੋਂ ਮੇਰੀ ਜ਼ਿੰਦਗੀ ਦੀ ਸਾਂਝ ਹੋਏਗੀ ਤਾਂ ਵੀ ਵੇਖ ਲੈਣਾ। ਤੇ ਅੱਜ ਤੱਕ ਵੀ ਮੈਂ ਕਦੇ, ਭਾਵੇਂ 84 ਦੇ ਮਸਲੇ 'ਚ ਗੱਲ ਹੋਈ ਹੋਏ, ਤੇ ਮੈਂ ਕਦੇ ਕਿਸੇ ਧਰਮ ਦੇ ਉੱਤੇ ਕਦੇ ਅਟੈਕ ਕਰਨ ਦੀ ਗੱਲ ਨਹੀਂ ਕੀਤੀ, ਕਿਉਂਕਿ ਇਹ ਗਲਤ ਹੈ। ਹਰ ਜਗ੍ਹਾ 'ਤੇ ਕੋਈ ਗਲਤ ਬੰਦੇ ਚੰਗੇ ਹੁੰਦੇ ਆ। ਇਸ ਕਰਕੇ ਮੈਂ ਇਸ ਗੱਲ ਦੇ ਉੱਤੇ ਲੈ ਕੇ ਆਇਆ, ਮਸਲਿਆਂ ਨੂੰ ਲੈ ਕੇ ਆਇਆ। ਮੈਂ ਕੋਈ ਕੈਰੀਅਰ ਬਣਾਉਣ ਵਾਸਤੇ ਨਹੀਂ ਆਇਆ। ਜੇ ਮੈਂ ਕੋਈ ਕੈਰੀਅਰ ਬਣਾਉਣਾ ਹੁੰਦਾ ਤਾਂ ਮੈਂ 1 ਮਿੰਟ 'ਚ ਦਿੱਲੀ ਤੋਂ ਅਸਤੀਫਾ ਦੇ ਕੇ ਉੱਥੇ ਨਾ ਚਲਾ ਜਾਂਦਾ। ਜੇ ਮੈਂ ਕੈਰੀਅਰ ਬਣਾਉਣ ਦੀ ਗੱਲ ਕਰਨੀ ਹੁੰਦੀ ਤਾਂ ਮੈਂ ਉਹ ਚਿਦੰਬਰਮ ਨੂੰ ਜੁੱਤੀ ਮਾਰ ਕੇ ਆਪਣਾ ਕੈਰੀਅਰ ਬਰਬਾਦ ਨਾ ਕਰ ਦਿੰਦਾ। ਮੈਂ ਉਹ ਬੰਦਾ ਨਹੀਂ ਹਾਂ। ਮੈਂ ਉਸ ਪਰਮਾਤਮਾ ਦੇ ਹੁਕਮ 'ਚ ਰਹਿਣ ਵਾਲਾ ਬੰਦਾ, ਜੋ ਉਸ ਦੀ ਰਜ਼ਾ ਹੈ ਉਹਦੇ ਹੱਥ 'ਚ ਹੈ। ਉਹ ਕਹਿੰਦੇ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮੈਂ ਉਹਦੇ 'ਤੇ ਚੱਲਦਾ। ਇਸ ਕਰਕੇ ਮੈਂ ਬਹੁਤੀਆਂ ਪਲੈਨਿੰਗਾਂ ਨਹੀਂ ਕਰਦਾ, ਪਰ ਹਾਂ ਸੱਚ ਬੋਲਣ ਤੋਂ ਮੈਂ ਕਦੇ ਨਹੀਂ ਹਟਦਾ ਤੇ ਸੱਚ ਬੋਲਾਂਗੇ। ਹੁਣ ਇਹ ਪਾਰਟੀ ਨੂੰ ਦੇਖਣਾ ਕਿ ਉਹਨਾਂ ਨੇ ਕੀ ਫੈਸਲਾ ਕਰਨਾ। ਇੱਕ ਮੇਰਾ ਆਖਰੀ ਛੋਟਾ ਜਿਹਾ ਸਵਾਲ ਹੈ। ਇਹ ਬੜੇ ਦਿਨਾਂ ਤੋਂ ਕੇਜਰੀਵਾਲ ਤੇ ਆਰੋਪ ਲੱਗ ਰਹੇ ਨੇ ਕਿ ਉਹ ਆਰਐਸਐਸ ਤੇ ਬੀਜੇਪੀ ਦੇ ਕੋਲ ਹੋ ਗਏ ਨੇ, ਉਹਨਾਂ ਦੇ ਜ਼ਿਆਦਾ ਪਿਆਰ ਆ ਰਿਹਾ ਉਹਦਾ, ਤੇ ਕੀ ਲੱਗਦਾ? ਦੇਖੋ, ਅਜੇ ਮੈਂ ਇਹਨਾਂ ਗੱਲਾਂ 'ਤੇ ਟਿੱਪਣੀਆਂ ਨਹੀਂ ਕਰਨਾ ਚਾਹੁੰਦਾ। ਜਿਹੜੇ ਪੋਲੀਟੀਕਲ ਵਿਸ਼ਲੇਸ਼ਕ ਨੇ ਉਹ ਜਿਹੜੀ ਪਾਰਟੀ ਦੀਆਂ ਰੀਤੀਆਂ, ਨੀਤੀਆਂ, ਕਦਮ ਜਿਹੋ ਜਿਹਾ ਵਰਤਾਅ ਕਰ ਰਹੀ ਹੁੰਦੀ ਹੈ ਉਹਦੇ ਉੱਤੇ ਆਪਣੀ ਟਿੱਪਣੀ ਕਰਦੇ ਰਹਿੰਦੇ ਨੇ, ਤੇ ਇਹ ਉਹਨਾਂ ਦੇ ਉੱਤੇ ਛੱਡਣਾ ਚਾਹੀਦਾ ਕਿ ਉਹ ਆਪਣੇ ਹਿਸਾਬ ਨਾਲ, ਪੱਤਰਕਾਰ ਲੋਕ ਜਿਹੜੇ ਨੇ ਉਹ ਤੈਅ ਕਰਨ ਕਿ ਕੌਣ ਕਿਸ ਵੱਲ ਜਾ ਰਿਹਾ। ਬਿਲਕੁਲ, ਇਹ ਸੀ ਮੇਰੇ ਨਾਲ ਜਰਨੈਲ ਸਿੰਘ, ਜਿਨ੍ਹਾਂ ਨੇ ਕਾਫੀ ਗੱਲਾਂ ਕੀਤੀਆਂ। ਇਹਨਾਂ ਦਾ ਕਹਿਣਾ ਸੀ ਕਿ ਮੇਰੀ ਜਿਹੜੀ ਲੜਾਈ ਸੀਗੀ ਉਹ ਇੱਕ ਫੇਸਬੁੱਕ ਪੋਸਟ ਨੂੰ ਲੈ ਕੇ ਜਿਹੜਾ ਪੂਰਾ ਮਾਮਲਾ ਸ਼ੁਰੂ ਹੋਇਆ, ਕੋਈ ਜਵਾਬ ਨਹੀਂ ਲਿੱਤਾ ਗਿਆ। ਨੋਟਿਸ ਭੇਜਿਆ, ਨੋਟਿਸ ਦਾ ਜਵਾਬ ਦੇ ਦਿੱਤਾ ਗਿਆ, ਪਰ ਬਿਨਾਂ ਸੁਣੇ ਹੀ ਪ੍ਰਾਥਮਿਕ ਮੈਂਬਰਸ਼ਿਪ ਤੋਂ ਕੱਢ ਦਿੱਤਾ ਗਿਆ, ਜੋ ਕਿ ਠੀਕ ਨਹੀਂ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ ਨਾਲ ਨਿਤਿਨ ਦੀਵਾਨ, ਦੈਨਿਕ ਸਵੇਰਾ ਟੀਵੀ। All World Open Challenge 17-time gold medalist Mia Rafiq Mohammed, पंडित मौलवी बेगम तांत्रिक इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मिया रफीक मोहम्मद। मोबाइल 84 374 94 647, 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।